36 years after Sikh riots, team picks up the evidence from the locked Kanpur house. SIT ने 36 ਸਾਲ ਤੋਂ ਇੱਕ ਘਰ ਜੋ ਬੰਦ ਪਿਆ ਜਿਹਦੇ 'ਚ ਦੋ ਸਿੱਖਾਂ ਨੂੰ ਨਵੰਬਰ 1984 ਨੂੰ ਦੋ ਸਿੱਖਾਂ ਨੂੰ ਮਾਰ ਕੇ ਜਲਾਤਾ ਸੀ, ਉਹ ਘਰ ਉਦੋਂ ਦਾ ਬੰਦ ਰੱਖਿਆ ਵਾ। ਹੁਣ ਜੋ SIT ਪਹੁੰਚ ਹੋਈ ਆ, ਕਾਨਪੁਰ ਦਾ ਵਾਕਿਆ ਹੈ। SIT ਨੇ ਜਾ ਕੇ ਉਹ ਘਰ ਨੂੰ ਖੋਲਿਆ ਤੇ ਉੱਥੋਂ ਐਵੀਡੈਂਸ ਕਲੈਕਟ ਕੀਤਾ, ਉਹ ਸਿੱਖਾਂ ਨੂੰ ਮਾਰਨ ਦਾ ਤੇ ਨਾਲੇ ਉਹਨਾਂ ਨੂੰ ਜਲਾਉਣ ਦਾ। ਇਹ 1 ਨਵੰਬਰ ਨੂੰ ਸ਼ੁਰੂ ਤੋਂ ਹੋਏ ਤੇ ਇਹ ਸਾਰੇ ਜੋ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਉੱਥੋਂ ਦਾ ਜਿਹੜਾ DM ਸੀ ਬਰਜਿੰਦਰ, ਉਹਦੇ ਕਰਕੇ ਹੋਇਆ। ਉਸਨੇ ਆਪ ਕੋਲੇ ਖੜ ਕੇ ਮੌਤ ਤੋਂ ਸਿੱਖਾਂ ਨੂੰ ਕਤਲ ਕਰਵਾਇਆ। 127 ਸਿੱਖਾਂ ਦਾ ਉੱਥੇ ਕਤਲ ਹੋਇਆ ਤੇ ਬੁਰੀ ਤਰ੍ਹਾਂ ਨਾਲ ਕਤਲ ਹੋਇਆ। ਧੀਆਂ ਭੈਣਾਂ ਦਾ ਬੁਰਾ ਹਾਲ ਹੋਇਆ ਕਿ ਇਹ ਜੋ ਬਰਜਿੰਦਰ ਆ DM, ਇਹਦੇ ਤੇ ਇਨਕੁਆਇਰੀ ਕੀਤੀ ਜਾਵੇ ਤੇ ਇਹਨੂੰ ਇਹ ਤੇ ਐਕਸ਼ਨ ਲਿਆ ਜਾਵੇ, ਬੜਾ ਸਖਤ ਐਕਸ਼ਨ ਲਿਆ ਜਾਵੇ, ਕਿਉਂਕਿ ਇਹਨੇ ਸਭ ਕੁਝ ਬਣਾਇਆ। ਕਾਨਪੁਰ 'ਚ ਨਵੰਬਰ 1984 ਨੂੰ ਹੋਏ ਸਿੱਖ ਕਤਲੇਆਮ ਬਾਰੇ ਸੀਨੀਅਰ ਐਡਵੋਕੇਟ ਹਰਿੰਦਰ ਸਿੰਘ ਫੂਲਕਾ ਨੇ ਲਾਈਵ ਵੀਡੀਓ ਦੌਰਾਨ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ SIT ਨੇ 36 ਸਾਲ ਬੰਦ ਪਏ ਘਰ 'ਚੋਂ ਸਬੂਤ ਇਕੱਠੇ ਕੀਤੇ ਨੇ ਅਤੇ 1984 'ਚ ਕਾਨਪੁਰ ਦੇ DM ਨੇ ਸਿੱਖਾਂ ਨੂੰ ਸ਼ਰੇਆਮ ਮਰਵਾਇਆ ਹੈ। ਇਸ ਦੌਰਾਨ HS ਫੂਲਕਾ ਨੇ ਮੰਗ ਕੀਤੀ ਕਿ ਇਸ ਘਰ ਨੂੰ ਸਾਂਭਣ ਦਾ ਸਿਹਰਾ ਉਹਨਾਂ ਘਰ ਵਾਲਿਆਂ ਨੂੰ ਦਿੱਤਾ ਜਾਵੇ ਜਿਨ੍ਹਾਂ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ ਹੈ। ਅੱਜ ਦੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੰਡੀਅਨ ਐਕਸਪ੍ਰੈਸ ਦਾ ਫਰੰਟ ਪੇਜ ਤੇ, ਇਹ ਦਿੱਲੀ ਦਾ ਹੈ, ਨੈਸ਼ਨਲ ਜੋ ਪੇਪਰ ਆ, ਇਹਦੇ ਚ ਫਰੰਟ ਪੇਜ ਤੇ ਆਈ ਆ 36 years after Sikh riots, team picks up the evidence from the locked Kanpur house. SIT ਨੇ 36 ਸਾਲ ਤੋਂ ਇੱਕ ਘਰ ਜੋ ਬੰਦ ਪਿਆ ਜਿਹਦੇ 'ਚ ਦੋ ਸਿੱਖਾਂ ਨੂੰ ਨਵੰਬਰ 1984 ਨੂੰ ਦੋ ਸਿੱਖਾਂ ਨੂੰ ਮਾਰ ਕੇ ਜਲਾਤਾ ਸੀ, ਉਹ ਘਰ ਉਦੋਂ ਦਾ ਬੰਦ ਰੱਖਿਆ ਵਾ। ਹੁਣ ਜੋ SIT ਪਹੁੰਚ ਹੋਈ ਆ, ਕਾਨਪੁਰ ਦਾ ਵਾਕਿਆ ਹੈ। SIT ਨੇ ਜਾ ਕੇ ਉਹ ਘਰ ਨੂੰ ਖੋਲਿਆ ਤੇ ਉੱਥੋਂ ਐਵੀਡੈਂਸ ਕਲੈਕਟ ਕੀਤਾ, ਉਹ ਸਿੱਖਾਂ ਨੂੰ ਮਾਰਨ ਦਾ ਤੇ ਨਾਲੇ ਉਹਨਾਂ ਨੂੰ ਜਲਾਉਣ ਦਾ। ਉਹ ਹੁਣ ਜਾ ਕੇ SIT ਨੇ ਐਵੀਡੈਂਸ ਕਲੈਕਟ ਕੀਤਾ। ਇਹ ਨਵੇਂ ਜਿਹੜੇ ਕੇਸ SIT ਨੇ ਖੋਲੇ ਆ, ਉਹਨਾਂ ਵਿੱਚੋਂ ਇੱਕ ਕੇਸ ਆ। ਇਸ ਦੇ ਵਿੱਚ 1 ਨਵੰਬਰ ਨੂੰ ਤੇਜ ਪ੍ਰਤਾਪ ਸਿੰਘ ਜੋ 45 ਸਾਲ ਦੇ ਸੀ ਤੇ ਉਹਨਾਂ ਦਾ ਬੇਟਾ ਸਤਪਾਲ ਸਿੰਘ ਜੋ ਸਿਰਫ 22 ਸਾਲ ਦਾ ਸੀ, ਉਹਨਾਂ ਨੂੰ ਮੌਤ ਨੇ ਮਾਰਿਆ। ਇਹ ਕਾਨਪੁਰ ਦਾ ਵਾਕਿਆ ਤੇ ਇਹ ਜਿਹੜਾ ਕਾਨਪੁਰ ਦੇ ਵਿੱਚ ਜੋ ਇਨਸੀਡੈਂਟ ਹੋਏ, ਇਹ 1 ਨਵੰਬਰ ਨੂੰ ਸ਼ੁਰੂ ਤੋਂ ਹੋਏ ਤੇ ਇਹ ਸਾਰੇ ਜੋ ਉੱਥੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਉੱਥੋਂ ਦਾ ਜਿਹੜਾ DM ਸੀ ਬਰਜਿੰਦਰ, ਉਹਦੇ ਕਰਕੇ ਹੋਇਆ। ਉਸਨੇ ਆਪ ਕੋਲੇ ਖੜ ਕੇ ਮੌਤ ਤੋਂ ਸਿੱਖਾਂ ਨੂੰ ਕਤਲ ਕਰਵਾਇਆ। ਇਹ ਮੈਨੂੰ ਯਾਦ ਆ, ਉਹ 1985 ਚ ਜਦੋਂ ਮਿਸ਼ਰਾ ਕਮਿਸ਼ਨ ਅਪੁਆਇੰਟ ਹੋਇਆ ਤੇ ਉਦੋਂ ਮੈਂ ਵੀ ਕਾਨਪੁਰ ਗਿਆ ਸੀ। ਉੱਥੇ ਕਮੇਟੀ ਬਣਾਈ ਸੀ, ਉੱਥੇ ਹਰਬੰਸ ਸਿੰਘ ਭੱਲਾ ਹੁੰਦੇ ਸੀ ਜੋ ਕਾਨਪੁਰ ਦੇ ਵਿੱਚ ਇੱਕ ਬੜੇ ਵੱਡੇ ਲੀਡਰ ਸੀ। ਉਹਨਾਂ ਦੇ ਘਰੇ ਰਹਿ ਕੇ ਹੀ ਅਸੀਂ ਉੱਥੇ ਐਫੀਡੇਵਿਟ ਇਕੱਠੇ ਕੀਤੇ ਸੀ। ਇਹ ਵੀ ਐਫੀਡੇਵਿਟ ਜੋ ਇਹਨਾਂ ਦੇ ਤੇਜ ਪ੍ਰਤਾਪ ਸਿੰਘ ਦੇ ਦੂਜੇ ਬੇਟੇ ਦਾ ਐਫੀਡੇਵਿਟ ਹੈ, ਇਹ ਵੀ ਐਫੀਡੇਵਿਟ ਮਿਸ਼ਰਾ ਕਮਿਸ਼ਨ ਦੇ ਵਿੱਚ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ ਤੇ ਉਸੇ ਦੇ ਬੇਸ ਦੇ ਉੱਤੇ ਇਹ ਹੁਣ ਪ੍ਰੋਸੀਡਿੰਗ ਜਿਹੜੀਆਂ ਚੱਲ ਰਹੀਆਂ। ਉਸ ਤੋਂ ਬਾਅਦ ਜਦੋਂ ਮਿਸ਼ਰਾ ਕਮਿਸ਼ਨ ਦੇ ਹੀਅਰਿੰਗ ਉੱਥੇ ਹੋਈਆਂ, ਉਦੋਂ ਵੀ ਮੈਂ ਉੱਥੇ ਗਿਆ ਸੀ ਤੇ ਉਦੋਂ ਦੀ ਗੱਲ ਆ, ਉਦੋਂ ਇੱਕ ਇਹਨਾਂ ਨੇ ਭੱਲਾ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਕ ਆਰਮੀ ਦਾ ਕੈਪਟਨ ਹੈ, ਕੈਪਟਨ ਭੈਰਤ, ਉਸਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਮੈਂ 1 ਤਰੀਕ ਨੂੰ ਸਵੇਰੇ ਜਦੋਂ ਮੌਬ ਇਕੱਠਾ ਹੋਇਆ ਤੇ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ, ਉਦੋਂ ਇਹ ਕੈਪਟਨ ਭੈਰਤ ਨੇ ਆਰਡਰ ਮੰਗੇ ਕਿ ਮੈਨੂੰ ਗੋਲੀ ਚਲਾਉਣ ਦੇ ਆਰਡਰ ਦਿਓ। ਇਹ ਬਰਜਿੰਦਰ ਨੇ ਉਹਨੂੰ ਆਰਡਰ ਨਹੀਂ ਦਿੱਤੇ। ਇਹ ਅਸੀਂ ਇਹਨਾਂ ਦੇ ਭੱਲਾ ਸਾਹਿਬ ਨੇ ਦੱਸਿਆ ਸੀ, ਮਿਸ਼ਰਾ ਕਮਿਸ਼ਨ 'ਚ ਐਪਲੀਕੇਸ਼ਨ ਫਾਈਲ ਕੀਤੀ। ਕੈਪਟਨ ਭੈਰਤ ਨੂੰ ਅਸੀਂ ਮਿਸ਼ਰਾ ਕਮਿਸ਼ਨ ਦੇ ਵਿੱਚ ਸਮਨ ਕੀਤਾ। ਇਹ ਮਿਸ਼ਰਾ ਕਮਿਸ਼ਨ ਦੇ ਵਿੱਚ ਇਹ ਪੂਰੀ ਉਹਦੇ ਕੈਪਟਨ ਭੈਰਤ ਦੀ ਇਹ ਜੋ ਮਿਸ਼ਰਾ ਦੀ ਰਿਪੋਰਟ ਆ, ਉਹਦੇ 'ਚ ਕੈਪਟਨ ਭੈਰਤ ਦੀ ਪੂਰੀ ਐਵੀਡੈਂਸ ਰਿਕਾਰਡਡ ਆ।
ਤੇ ਇਹ ਆ ਸੀ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦੇ 53ਵਾਂ पेज ਤੇ ਆ कैप्टन बैरथ हैज टोल्ड द कमिशन। कैप्टन बैरथ ने आके सारी स्टोरी जो मिश्रा कमिशन ਨੂੰ जो सुप्रीम कोर्ट ਦਾ जज ਸੀ ਉਸ ਨੂੰ आके जो दसी ਉਹ ਕਹਿੰਦਾ ਉਹਨਾਂ ਨੇ ਆਰਮੀ ਨੂੰ 1 ਤਰੀਕ ਨੂੰ ਸਵੇਰੇ ਬੁਲਾ ਲਿਆ। ਕਾਨਪੁਰ 'ਚ 1 ਤਰੀਕ ਨੂੰ ਸਵੇਰੇ ਹੀ ਕਰਫਿਊ ਲਗਾ ਦਿੱਤਾ ਸੀ। ਉੱਥੇ ਕਹਿੰਦਾ ਇੱਕ ਘਰ ਦੇ ਆਸੇ-ਪਾਸੇ ਉਹਨਾਂ ਨੇ ਘੇਰਿਆ ਵਾ ਸੀ ਤੇ ਘਰ ਦੇ ਅੰਦਰ ਸਰਦਾਰ ਪਰਿਵਾਰ ਸੀ ਤੇ बहुत ਵੱਡਾ ਮੌਬ ਇਕੱਠਾ ਹੋਇਆ ਸੀ ਤੇ ਉਹ ਕਹਿੰਦਾ ਉੱਥੋਂ ਘਰ ਦਾ ਜਿਹੜਾ ਸਰਵੈਂਟ ਸੀ ਉਹ ਭੱਜਿਆ ਸਾਡੇ ਕੋਲ ਆਇਆ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਬਚਾਓ। ਉੱਥੇ ਐਸਟੀਐਮ ਸੀ ਮਿਸਿਸ ਤੋਮਰ ਉਹ ਆਰਮੀ ਦੇ ਨਾਲ ਲੱਗੀ ਸੀ। ਇਹਨੇ ਨਾਲ ਡੀਐਮ ਵੀ ਉੱਥੇ ਆ ਗਿਆ। ਜਦੋਂ ਇਹ ਡੀਐਮ ਨੇ ਕਿਹਾ ਆਰਮੀ ਨੂੰ ਤੁਸੀਂ ਐਕਸ਼ਨ ਨਾ ਲਾਓ ਮੈਂ ਜਾ ਕੇ ਇਹਨਾਂ ਨਾਲ ਗੱਲ ਕਰਦਾ ਉਹ ਮੌਬ ਦੇ ਕੋਲੇ ਚਲਾ ਗਿਆ। ਮੌਬ ਦੇ ਨਾਲ ਗੱਲਾਂ ਕਰਕੇ ਆਇਆ ਜੋ ਡੀਐਮ ਸੀ। ਜਦੋਂ ਵਾਪਸ ਆਇਆ ਤੇ ਆ ਕੇ ਇਹਨਾਂ ਨੂੰ ਫੌਜ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਓ। ਇਹਨੇ ਜੋ ਕੈਪਟਨ ਬੈਰਥ ਨੇ ਕਿਹਾ ਕਿ ਮੈਂ ਆਈਏਐਫਟੀ 908 ਨੰਬਰ ਫਾਰਮ ਹੁੰਦਾ ਜੋ ਆਰਮੀ ਨੇ ਮੈਜਿਸਟ੍ਰੇਟ ਤੋਂ ਸਾਈਨ ਕਰਾਉਣਾ ਹੁੰਦਾ ਐਕਸ਼ਨ ਲੈਣ ਲਈ। ਇਹ ਕਹਿੰਦਾ ਮੈਂ ਉਹ ਮੈਜਿਸਟ੍ਰੇਟ ਜਿਹੜੀ ਮਿਸਿਸ ਤੋਮਰ ਨੂੰ ਕਿਹਾ ਫਾਰਮ ਸਾਈਨ ਕਰ ਮੈਂ ਐਕਸ਼ਨ ਲਊਂਗਾ। ਕਰਫਿਊ ਲੱਗਿਆ ਵਾ ਤੇ ਇਹ ਮੌਬ ਇੱਥੇ ਇਕੱਠਾ ਕਿਵੇਂ ਹੋਇਆ। डीएम ने मना करता है इसके डीएम कहता ना मैं साइन करेंगी ना तू साइन करेगा और आर्मी ने कहा तुम इतों चले जाओ मैं पे सिचुएशन देखूंगा मेरे को पुलिस साहब चले जाओ इतों। उसने जबरदस्ती उतों आर्मी को ऑर्डर दे के परे भेजता। उस तो मगरों उत्थे डीएम की प्रेजेंस से पुलिस की प्रेजेंस के विच मॉब ने वो घर के उत्ते अटैक किया। उत्थे 2 घर सीगे सिखां नूं उत्थे घर के अंदर चलाया ते नाल नाल जो उत्थे हाल किए जो उत्थों ये शुरू हुई है। जेकर वो 1 नवंबर सवेरे वो कैप्टन बैरथ ਨੂੰ कंट्रोल करने के ऑर्डर दे देंगे तो कानपुर कुछ नहीं सी होना। 127 सिखां का उत्थे कतल होया। एचएस फुलका मुताबिक कानपुर च करीब 127 सिख कतल किए गए ਅਤੇ 13 सिख कुड़ियां नाल गैंग रेप किया गया। फुलका ने कहा है कि हुण मुड़ तो एसआईटी ने इन्हां केसां नूं रीओपन किया है ਅਤੇ ਉਹਨਾਂ ਮੰਗ ਕੀਤੀ ਕਿ ਯੂਪੀ ਸਰਕਾਰ ਡੀਐਮ ਬਰਜਿੰਦਰ ਵਾਲੇ ਕੇਸ ਨੂੰ ਵੀ ਮੁੜ ਤੋਂ ਰੀਓਪਨ ਕਰੇ ਅਤੇ ਉਸ ਨੂੰ ਮੁਲਜ਼ਮ ਬਣਾਇਆ ਜਾਵੇ। ਤੇ ਬੁਰੀ ਤਰ੍ਹਾਂ ਨਾਲ ਕਤਲ ਹੋਇਆ। ਧੀਆਂ ਭੈਣਾਂ ਦਾ ਬੁਰਾ ਹਾਲ ਹੋਇਆ। ਸਾਡਾ ਜਿਹੜਾ ਐਵੀਡੈਂਸ ਉੱਥੇ ਆਇਆ ਮਿਸ਼ਰਾ ਕਮਿਸ਼ਨ ਦੇ ਅੱਗੇ ਉਹਦੇ ਮੁਤਾਬਕ 13 ਸਿੱਖ ਕੁੜੀਆਂ ਨੂੰ ਗੈਂਗ ਰੇਪ ਕੀਤਾ। ਪਿਓ ਨੂੰ ਮਾਰਤਾ ਧੀ ਨੂੰ ਚੁੱਕੇ ਲੈ ਗਏ। ਘਰ ਵਾਲੇ ਨੂੰ ਮਾਰਤਾ ਜਨਾਨੀ ਨੂੰ ਚੁੱਕੇ ਲੈ ਗਏ। ਭਰਾ ਨੂੰ ਮਾਰਤਾ ਭੈਣ ਦੇ ਨਾਲ ਬੁਰਾ ਹਾਲ ਕੀਤਾ। 13 ਸਿੱਖ ਕੁੜੀਆਂ ਨਾਲ ਇਹੋ ਜਿਹਾ ਹਾਲ ਕੀਤਾ। ਜੋ ਡਾਕਟਰ ਜਿਹਨੇ ਕੁੜੀਆਂ ਨੂੰ ਟ੍ਰੀਟ ਕੀਤਾ ਉਹਨੇ ਵੀ ਆ ਕੇ ਬਿਆਨ ਦਿੱਤੇ। ਉਸਨੇ ਵੀ ਆ ਕੇ ਕਮਿਸ਼ਨ ਦੇ ਵਿੱਚ ਦੱਸਿਆ ਕਿ ਜੋ ਹਾਲ ਕੀਤਾ। ਮਿਸ਼ਰਾ ਕਮਿਸ਼ਨ ਨੇ ਜੋ ਰਿਕਮੈਂਡ ਕੀਤਾ ਕਿ ਇਹ ਜੋ ਬਰਜਿੰਦਰ ਆ ਡੀਐਮ ਇਹਦੇ ਤੇ ਇਨਕੁਆਇਰੀ ਕੀਤੀ ਜਾਵੇ ਤੇ ਇਹਨੂੰ ਇਹ ਤੇ ਐਕਸ਼ਨ ਲਿਆ ਜਾਵੇ ਬੜਾ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਇਹਨੇ ਸਭ ਕੁਝ ਕਰਾਇਆ। ਇੱਕ ਮੈਂ ਤੁਹਾਨੂੰ ਹੋਰ ਦੱਸਾਂ ਸਾਡੇ ਕੋਲ ਇੱਕ ਹੋਰ ਐਵੀਡੈਂਸ ਕੀ ਆਇਆ। 31 ਤਰੀਕ ਨੂੰ ਸਿੱਖਾਂ ਨੇ ਕਿਹਾ ਕਿ ਜੀ ਪੁਲਿਸ ਸਾਡੇ ਨਾਲ ਬੜਾ ਕੋਆਪਰੇਟ ਕਰ ਰਹੀ ਸੀ 31 ਅਕਤੂਬਰ ਨੂੰ। ਪਰ 1 ਨਵੰਬਰ ਸਵੇਰ ਤੋਂ ਕਹਿੰਦੇ ਪਤਾ ਨਹੀਂ ਕੀ ਹੋਇਆ ਪੁਲਿਸ ਦਾ ਬਿਲਕੁਲ ਐਟੀਟਿਊਡ ਦੂਜਾ ਹੋ ਗਿਆ। ਪੁਲਿਸ ਸਭਾ ਦੰਗਈਆਂ ਦੇ ਨਾਲ ਬੈਠੀ। ਉਹ 1 ਨਵੰਬਰ ਤੋਂ ਕੀ ਹੋਇਆ ਮੈਂ ਤੁਹਾਨੂੰ ਦੱਸਦਾ। 31 ਨੂੰ ਸ਼ਾਮ ਨੂੰ ਜੋ ਇੱਥੇ ਦਿੱਲੀ ਵਿੱਚ ਹੋਇਆ ਜੋ ਏਮਸ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਦੇ ਉੱਤੇ ਇਹਨਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਉੱਤੇ ਅਟੈਕ ਕੀਤਾ ਪੁਲਿਸ ਦੀ ਪੂਰੀ ਪ੍ਰੈਜ਼ੈਂਸ ਦੇ ਵਿੱਚ। ਪ੍ਰੈਜ਼ੀਡੈਂਟ ਆਫ ਇੰਡੀਆ ਗਿਆਨੀ ਜੈਲ ਸਿੰਘ ਉਹਦੇ ਕਾਫਲੇ ਤੇ ਅਟੈਕ ਕੀਤਾ। ਪ੍ਰੈਜ਼ੀਡੈਂਟ ਦੇ ਕਾਰ ਦੇ ਸ਼ੀਸ਼ੇ ਤੋੜਤੇ। ਪ੍ਰੈਜ਼ੀਡੈਂਟ ਦਾ ਇੱਕ ਬਾਡੀਗਾਰਡ ਜੋ ਸੀ ਉਹਦਾ ਸਿਰ ਪਾੜਤਾ ਤੇ ਉਹ ਜੋ ਪਿੱਛੇ ਪ੍ਰੈਜ਼ੀਡੈਂਟ ਦੇ ਕਾਰ ਸੀ ਉਹਦੇ ਸੈਕਟਰੀ ਦੇ ਤਰਲੋਚਨ ਸਿੰਘ ਦੀ ਉਹਦੇ ਸ਼ੀਸ਼ੇ ਤੋੜ ਕੇ ਅੰਦਰ ਜਲਦੀਆਂ ਮਸਾਲਾ ਸੁੱਟਦੀਆਂ ਤੇ ਇਹ ਸਾਰਾ ਮੀਡੀਆ ਦੇ ਵਿੱਚ ਆਇਆ। ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਪੁਲਿਸ ਸਾਇਲੈਂਟ ਖੜੀ ਰਹੀ। ਕੋਈ ਉਹਦੀ ਐਫਆਈਆਰ ਨਹੀਂ ਰਜਿਸਟਰ ਕੀਤੀ। ਕਿਸੇ ਬੰਦੇ ਉੱਤੇ ਐਕਸ਼ਨ ਨਹੀਂ ਲਿਆ। ਕਿਸੇ ਨੂੰ ਅਰੈਸਟ ਨਹੀਂ ਕੀਤਾ। ਇਸ ਦੇ ਨਾਲ ਇਹਨਾਂ ਨੇ ਉਦੋਂ ਦੀ ਜੋ ਰਾਜੀਵ ਸਰਕਾਰ ਨੇ ਸਾਰੇ ਇੰਡੀਆ ਵਿੱਚ ਮੈਸੇਜ ਭੇਜਤਾ
ਕਿ ਜੇ ਪ੍ਰੈਜ਼ੀਡੈਂਟ ਦੇ ਉੱਤੇ ਅਟੈਕ ਤੇ ਪੁਲਿਸ ਨੇ ਐਕਸ਼ਨ ਲੈ ਰਹੀ ਤੇ ਬਾਕੀ ਸਿੱਖਾਂ ਦੇ ਉੱਤੇ ਅਟੈਕ ਤੇ ਕਿਵੇਂ ਐਕਸ਼ਨ ਲਊਗੀ। ਇਸੇ ਕਰਕੇ ਜੋ ਮੈਸੇਜ ਇੱਥੋਂ ਗਿਆ ਪ੍ਰਾਈਮ ਮਿਨਿਸਟਰ ਆਫਿਸ ਤੋਂ, ਇੱਥੋਂ ਜੋ ਗਿਆ ਮੈਸੇਜ ਉਹ ਸਾਰੇ ਇੰਡੀਆ 'ਚ ਫੈਲ ਗਿਆ। 1 ਨਵੰਬਰ ਤੋਂ ਸਭ ਦਾ ਰਵੱਈਆ ਬਦਲ ਗਿਆ। ਸਿਰਫ ਇੱਕੋ ਇੱਕ ਸਟੇਟ ਸੀ ਵੈਸਟ ਬੰਗਾਲ, ਜਿੱਥੇ ਉਹਨਾਂ ਨੇ 31 ਨੂੰ ਹੀ ਕੰਟਰੋਲ ਕਰ ਲਿਆ ਸੀ ਤੇ ਪਹਿਲੀ ਨੂੰ ਕੁਛ ਨਹੀਂ ਹੁੰਦਾ। ਬਰਧਮਾਨ ਥੋੜਾ ਜਿਹਾ ਹੋਇਆ, ਆਸਨਸੋਲ ਥੋੜਾ ਜਿਹਾ ਹੋਇਆ ਬਸ। ਉਹਦੇ ਮੁਕਾਬਲੇ ਜਦੋਂ ਬੜੀ ਵੋਲੇਟਾਈਲ ਆ ਕਲਕੱਤਾ ਤਾਂ ਬਹੁਤ, ਦਿੱਲੀ ਤਾਂ ਬੜੀ ਸ਼ਾਂਤ ਆ। ਤੇ ਇਹ ਇਸ ਤਰ੍ਹਾਂ ਤੇ ਇਹ ਜਦੋਂ ਮਿਸ਼ਰਾ ਕਮਿਸ਼ਨ ਨੇ ਰਿਕਮੈਂਡ ਕੀਤਾ ਕਿ ਬਜਿੰਦਰ ਦੇ ਅਗੇਂਸਟ ਐਕਸ਼ਨ ਲਓ, ਐਕਸ਼ਨ ਤਾਂ ਕੀ ਲੈਣਾ ਸੀ। ਉਹ ਬਜਿੰਦਰ ਉਸ ਤੋਂ ਮਗਰੋਂ 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਹੋ ਕੇ ਰਿਟਾਇਰ ਹੋ ਗਿਆ। 4 ਪ੍ਰਮੋਸ਼ਨਾਂ ਹੋ ਕੇ ਚੀਫ ਸੈਕਟਰੀ ਬਣ ਕੇ ਰਿਟਾਇਰ ਹੋ ਗਏ। ਹੁਣ ਜਦੋਂ SIT ਨੇ ਕੇਸ ਰੀਓਪਨ ਕੀਤੇ ਆ, ਹੁਣ ਅਸੀਂ SIT ਨੂੰ ਇਹ ਲਿਖ ਰਹੇ ਹਾਂ ਤੇ ਯੂਪੀ ਸਰਕਾਰ ਨੂੰ ਇਹ ਲਿਖ ਰਹੇ ਹਾਂ ਕਿ ਉਹ ਬਜਿੰਦਰ ਵਾਲਾ DM ਵਾਲਾ ਵੀ ਕੇਸ ਰੀਓਪਨ ਕਰੋ। ਇੱਕ ਕਨਸਪੀਰੇਸੀ ਦੇ ਵਿੱਚ DM ਨੂੰ ਨਾਲ ਮੁਲਜ਼ਮ ਬਣਾਓ ਕਿ DM ਨੇ ਜਿਹੜਾ ਕੋਲੇ ਖੜੇ ਹੋ ਕੇ ਆਰਮੀ ਨੂੰ ਭੇਜ ਕੇ ਸਿੱਖਾਂ ਨੂੰ ਮਰਵਾਇਆ, ਉਹ DM ਨੂੰ ਨਾਲ ਕਨਸਪੀਰੇਸੀ 'ਚ ਨਾਲ ਮੁਲਜ਼ਮ ਬਣਾਓ, ਉਹਨੂੰ ਵੀ ਨਾਲ। ਇਹ ਜੋ ਅੱਜ ਤੱਕ ਜੋ ਇਹ ਹੋ ਰਿਹਾ, ਇਹ ਮਤਲਬ ਕਿ ਸਾਡੇ ਚੋਂ ਜਿਹੜੇ ਕਈ ਸੋਚਦੇ ਆ ਕਿ ਬਸ ਹੁਣ ਬੜਾ ਹੋ ਗਿਆ, ਹੁਣ ਭੁੱਲ ਜਾਈਏ। ਦੇਖੋ ਮਰਜ਼ੀ ਤੁਹਾਡੀ, ਜਿਹੜੇ ਭੁੱਲਣ ਵਾਲੇ ਉਹ ਭੁੱਲ ਜਾਓ, ਮੈਂ ਤਾਂ ਨਹੀਂ ਭੁੱਲ ਸਕਦਾ। ਹੋਰ ਵੀ ਮੇਰੇ ਨਾਲ ਕੁਛ ਕਹਿ ਕੇ ਨਹੀਂ। ਦੇਖੋ ਅੱਜ ਆਪਾਂ ਜਿਊਜ਼ ਦੀਆਂ ਗੱਲਾਂ ਕਰਦੇ ਹਾਂ, ਜਿਊਜ਼ ਦਾ ਤੁਸੀਂ ਦੇਖ ਲਓ, ਉਹ ਤਾਂ 1940-42 ਦੀਆਂ ਗੱਲਾਂ ਨਹੀਂ, ਉਹ ਅਜੇ ਤੱਕ ਨਹੀਂ ਭੁੱਲੀ, ਉਹਨੂੰ ਪਰਸਿਊ ਕਰ ਰਹੀ ਹੈ ਦੁਨੀਆ। ਉਹ ਕੰਮਾਂ ਨੂੰ ਯਾਦ ਕਰਦੀ ਹੈ ਜਿਹੜੀਆਂ ਕੰਮਾਂ ਆਪਣੇ ਤੇ ਤਸ਼ੱਦਦ ਹੋਏ, ਭੁੱਲਦੀਆਂ ਨਹੀਂ ਤੇ ਉਹਨਾਂ ਨੂੰ ਅੱਗੇ ਲੌਜੀਕਲ ਐਂਡ ਤੱਕ ਲੈ ਕੇ ਜਾਂਦੇ ਆ। ਇਹ ਆਪਣੇ ਆਪ ਨੂੰ ਇੱਕ ਸਟਰੋਂਗ ਕੌਮ ਦਿਖਾਉਣ ਦੇ ਵਾਸਤੇ ਬਹੁਤ ਜ਼ਰੂਰੀ ਆ। ਤੇ ਅੱਜ ਵੀ ਇਹ ਕੇਸ ਦੇਖੋ, ਛੱਡਾਂਗੇ ਨਹੀਂ, ਭੁੱਲਾਂਗੇ ਨਹੀਂ, ਲੈ ਕੇ ਜਾਵਾਂਗੇ, ਅਖੀਰ ਤੱਕ ਲੈ ਕੇ ਜਾਵਾਂਗੇ। ਹੁਣ ਉਹ ਬਜਿੰਦਰ ਨੂੰ ਫਿਰ ਇਹਦੇ ਵਿੱਚ ਮੁਲਜ਼ਮ ਬਣਾ ਕੇ ਹੁਣ ਫਿਰ ਇਹ ਨਵੀਂ SIT ਦੇ ਵਿੱਚ ਉਹ ਕਾਰਵਾਈ ਸ਼ੁਰੂ ਕਰਾਵਾਂਗੇ। ਮੈਂ ਅੱਜ ਦੀ ਖਬਰ ਸੀ ਤਾਂ ਤੁਹਾਨੂੰ ਇਹਦੇ ਬਾਰੇ ਮੈਂ ਕਿਹਾ ਦੱਸਾਂ, ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਜੋ ਹੋਰ ਡਿਵੈਲਪਮੈਂਟ ਵਿੱਚ ਹੋਊਗੀ ਤੁਹਾਨੂੰ ਸਮੇਂ-ਸਮੇਂ ਤੇ ਦੱਸਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਕਾਨਪੁਰ ਵਾਲਾ ਘਰ ਜਿਹਦੇ ਵਿੱਚ 2 ਪਿਓ ਪੁੱਤ ਨੂੰ ਮਾਰਿਆ ਸੀ ਤੇ ਹੁਣ SIT ਨੇ ਉਹ ਘਰ ਨੂੰ ਖੋਲ ਕੇ ਉਦੋਂ ਦਾ 36 ਸਾਲ ਤੋਂ ਉਸੇ ਤਰ੍ਹਾਂ ਉਹ ਘਰ ਨੂੰ ਪ੍ਰਜ਼ਰਵ ਕੀਤਾ ਜਾਵੇ ਤੇ ਉਸ ਘਰ ਨੂੰ HGPC ਖਰੀਦ ਕੇ ਉੱਥੇ ਇੱਕ ਮੈਮੋਰੀਅਲ ਕਮ ਮਿਊਜ਼ੀਅਮ ਬਣਾਇਆ ਜਾਵੇ, ਇੱਕ ਯਾਦਗਾਰ ਉਸ ਨੂੰ ਬਣਾਇਆ ਜਾਵੇ। ਦੱਸਦੀ ਕਿ HSO ਫੂਲਕਾ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਵੀ ਲਿਖੀ ਗਈ ਹੈ, ਜਿਸ ਵਿੱਚ ਉਹਨਾਂ ਮੰਗ ਕੀਤੀ ਕਿ 1984 'ਚ ਜਿਸ ਘਰ ਵਿੱਚ 2 ਸਿੱਖਾਂ ਨੂੰ ਕਾਨਪੁਰ ਦੇ ਵਿੱਚ ਮਾਰਿਆ ਗਿਆ ਸੀ, ਉਸ ਪ੍ਰਤੀ ਕੌਮ ਦਾ ਵੀ ਫਰਜ਼ ਬਣਦਾ ਹੈ ਕਿ ਇਸ ਘਰ ਨੂੰ 36 ਸਾਲ ਤੱਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵੱਲੋਂ ਸਨਮਾਨ ਕੀਤਾ ਜਾਵੇ ਅਤੇ ਸ਼੍ਰੋਮਣੀ ਕਮੇਟੀ ਉਸ ਘਰ ਨੂੰ ਖਰੀਦੇ ਅਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।